का भी नाम नहीं लूँगा, क्योंकि एक का नाम रह गया तो उन्होंने लगूगा कि पता नहीं मेरे नाल प्यार नहीं, इस करके मेरा नाम नहीं लिया। तो सारे बहुत प्यारे। तो तक सवाल है पत्रकारिता का, पत्रकारिता के उत्ते गल करनी सूरज को दीवा दिखाने वाली गल आ, क्योंकि उन्होंने असीं सारे एक्सपर्ट को कोई नवा पत्रकार नहीं है। मेरा ख्याल मैनूं सारे पुराने चेहरे ही नजर आ रहे हैं, सारिਆਂ ਦਾ एक्सपीरियंस हैगा। पत्रकारिता हर जगह ਟੂਡੇ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਪਲ ਪਲ ਦੇ ਲਈ ਤੁਹਾਡੇ ਵਿੱਚ ਖਬਰ ਲੈ ਕੇ ਹਾਜ਼ਰ ਹੁੰਦੇ ਰਹੇ ਹਾਂ, ਅੱਜ ਉਸੇ ਤਰ੍ਹਾਂ ਹੀ ਤਰਨਤਾਰਨ ਰੋਡ ਪੱਤਰਕਾਰਾਂ ਦੇ ਵੱਲੋਂ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ। ਕੀ ਮੀਟਿੰਗ ਦਾ ਵਿਸ਼ਾ ਹੈ, ਇੱਥੇ ਵਿਸ਼ੇਸ਼ ਤੌਰ 'ਤੇ ਜੋ ਮੈਂਬਰ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਚੇਅਰਮੈਨ ਜੀ ਇੱਥੋਂ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇਹ ਅੱਜ ਜੋ ਸਰ ਮੀਟਿੰਗ ਕੀਤੀ ਗਈ ਹੈ, ਕੀ ਮੀਟਿੰਗ ਦਾ ਵਿਸ਼ਾ ਹੈਗਾ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੀ ਅੱਜ ਇਹ ਮੀਟਿੰਗ ਸਾਡੇ ਮਾਝੇ ਦੇ ਜਰਨੈਲ ਸਰਦਾਰ ਨਵਤੇਜ ਸਿੰਘ ਵਿਰਦੀ ਵੱਲੋਂ ਅਰੇਂਜ ਕੀਤੀ ਗਈ ਸੀ। ਇਹ ਮੀਟਿੰਗ ਸਿਰਫ ਇੱਕ ਮਿਲਣੀ ਸਮਾਰੋਹ ਸੀ, ਜਿਹੜਾ ਰੂਬਰੂ ਸਮਾਰੋਹ ਸੀ ਪੱਤਰਕਾਰਾਂ ਦੇ ਨਾਲ, ਸਾਡੀ ਪਹਿਲੀ ਮਿਲਣੀ ਸੀ ਇਹ, ਇਸ ਕਰਕੇ ਇਹ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਦੇ ਵਿੱਚ ਇੱਕ ਦੂਸਰੇ ਨਾਲ ਮੁਲਾਕਾਤ ਅਤੇ ਜਾਣਨ ਦਾ ਮੌਕਾ ਮਿਲਿਆ ਔਰ ਬਹੁਤ ਹੀ ਵਧੀਆ ਲੱਗਿਆ। ਜਿੰਨੇ ਮੇਰੇ ਵੀਰ ਇਸ ਮੀਟਿੰਗ ਦੇ ਵਿੱਚ ਆਏ ਸੀ ਸਾਰਿਆਂ ਦਾ ਦਿਲੋਂ ਸਵਾਗਤ ਹੈ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਪਿਆਰ ਮਾਣ ਅਤੇ ਸਤਿਕਾਰ ਦਿੱਤਾ। ਇਸ ਮੀਟਿੰਗ ਦੇ ਵਿੱਚ ਸਾਡੇ ਨੈਸ਼ਨਲ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਜੀ ਅਤੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਅਵਿਨਾਸ਼ ਕਲਿਆਣ ਜੀ ਆਏ ਨੇ। ਇੱਕ ਮੇਰੇ ਮਿੱਤਰ ਜਲਾਲਾਬਾਦ ਤੋਂ ਸਾਬਕਾ MLA ਸੁਰਿੰਦਰ ਕੰਬੋਜ ਜੀ ਆਏ ਨੇ। ਇਸ ਮੀਟਿੰਗ 'ਚ ਜੋ ਮੇਨ ਮੋਟਿਵ ਸੀਗਾ, ਇਸ ਵੇਲੇ ਤੁਸੀਂ ਜਿਵੇਂ ਸਾਰੇ ਹੀ ਜਾਣਦੇ ਹੋ ਕਿ ਹਿੰਦੁਸਤਾਨ ਦੀਆਂ ਸੜਕਾਂ ਦੇ ਉੱਤੇ ਸਾਰੇ ਕਿਸਾਨ ਇਸ ਟਾਈਮ ਰੁਲ ਰਹੇ ਨੇ। ਕਿਸਾਨ ਆਪਣੀਆਂ ਮੰਗਾਂ ਲਈ ਦਰ ਦੀਆਂ ਠੋਕਰਾਂ ਖਾ ਰਹੇ ਨੇ। 4 ਮਹੀਨੇ ਹੋ ਗਏ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਉਹੀ ਹਾਲ ਸਾਡੇ ਜਰਨਲਿਸਟਾਂ ਦਾ। ਅਸੀਂ ਜਰਨਲਿਸਟ ਵੀ ਸਦੀਆਂ ਤੋਂ ਆਪਣੀਆਂ ਮੰਗਾਂ ਲਈ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਤੇ ਇਸ ਮੀਟਿੰਗ ਦੇ ਵਿੱਚ ਸਾਡਾ ਮੇਨ ਮੋਟਿਵ ਇਹੀ ਸੀ ਕਿ ਅਸੀਂ ਜਰਨਲਿਸਟ ਆਪਣੇ ਨੁਮਾਇੰਦੇ ਆਪ ਚੁਣ ਕੇ ਅਸੀਂ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਜੋ ਸਾਡੀ ਸੁਣਵਾਈ ਹੋ ਸਕੇ। ਕਿਉਂਕਿ ਜਿਹੜੇ ਵੀ ਸਾਡੇ ਨੁਮਾਇੰਦੇ ਰਾਜ ਸਭਾ ਰਾਹੀਂ ਗਏ ਨੇ, ਬੇਸ਼ੱਕ ਕੱਲ੍ਹ ਨੂੰ ਅਸੀਂ ਵੀ ਚਲੇ ਜਾਈਏ ਤਾਂ ਉੱਥੇ ਉਹ ਜਾ ਕੇ ਜਿਨ੍ਹਾਂ ਨੇ ਰਾਜ ਸਭਾ 'ਚ ਭੇਜਿਆ ਹੁੰਦਾ ਉਹਨਾਂ ਦੀ ਗੱਲ ਹੀ ਕਰਦੇ ਨੇ, ਜਰਨਲਿਸਟਾਂ ਦੀ ਕੋਈ ਗੱਲ ਨਹੀਂ ਕਰਦੇ। ਮੇਨ ਮਕਸਦ ਇਹੀ ਸੀ ਕਿ ਅਸੀਂ ਜਰਨਲਿਸਟਾਂ ਦੀ ਵੈਲਫੇਅਰ ਲਈ, ਆਪਣੀ ਗੱਲ ਕਰਨ ਲਈ ਸਾਨੂੰ ਆਪ ਨੂੰ ਹੀ ਲੋਕ ਸਭਾ ਜਾਂ ਰਾਜ ਸਭਾ ਦਾ ਰਸਤਾ ਚੁਣਨਾ ਪਊਗਾ। ਮੇਨ ਮਕਸਦ ਇਹੀ ਸੀ। ਬਾਕੀ ਕੁਛ ਇਸ ਦੇ ਵਿੱਚ ਸਾਡੇ ਜਰਨਲਿਸਟਾਂ ਦੀਆਂ ਕੁਛ ਹੋਰ ਵੀ ਜਿਹੜੀਆਂ ਸਾਡੀਆਂ ਪਰਸਨਲ ਗੱਲਾਂ ਸੀ ਉਹ ਸਾਂਝੀਆਂ ਕੀਤੀਆਂ ਗਈਆਂ ਔਰ ਬਹੁਤ ਹੀ ਵਧੀਆ ਲੱਗਿਆ ਇਸ ਮੀਟਿੰਗ ਵਿੱਚ ਆ ਕੇ। ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਰ ਇੱਕ ਹੋਰ ਚੀਜ਼ ਆ, ਪੱਤਰਕਾਰੀ ਬੜਾ ਇੱਕ ਜ਼ਿੰਮੇਵਾਰਾਨਾ ਵਿਸ਼ਾ ਹੈਗਾ ਆ। ਕਾਫੀ ਜੋ ਕਿਸਾਨਾਂ ਦੀਆਂ ਖਬਰਾਂ, ਰਾਜਨੀਤਿਕ ਖਬਰਾਂ, ਸਾਰੀਆਂ ਖਬਰਾਂ ਹਰ ਤਰ੍ਹਾਂ ਦੀਆਂ ਕਰਦੇ ਆ, ਫਿਰ ਵੀ ਉਹਨਾਂ ਨਾਲ ਵਧੀਕੀਆਂ ਹੁੰਦੀਆਂ ਨੇ। ਕੁਛ ਖਬਰਾਂ ਜਿਵੇਂ ਕਹਿ ਸਕਦੇ ਹਾਂ ਕਿ ਹੁੰਦੀਆਂ ਵਾ ਬਿਲਕੁਲ ਕੋਈ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦਾ ਹੁੰਦਾ ਨਹੀਂ ਲੈਣ ਦੇਣ, ਫਿਰ ਵੀ ਉਹਨਾਂ ਨਾਲ ਵਧੀਕੀ ਹੁੰਦੀ ਹੈ। ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਜਾਂ ਉਹਨਾਂ ਨੂੰ ਆਪਣੀ ਕੀ ਅਖਤਿਆਰੀ ਲੈਣੀ ਚਾਹੀਦੀ ਇਹਦੇ ਵਿੱਚ? ਪੱਤਰਕਾਰਾਂ ਨਾਲ ਜਿਹੜੀਆਂ ਵਧੀਕੀਆਂ ਹੁੰਦੀਆਂ ਨੇ ਉਹ ਸ਼ੁਰੂ ਤੋਂ ਹੀ ਹੁੰਦੀਆਂ ਆਈਆਂ ਨੇ। ਹਰ ਸਾਲ ਕਰੀਬ ਜੇ
ਆਪਾਂ ਦੇਖੀਏ ਤਾਂ 1200 ਜਾਂ 1300 ਦੇ ਪੱਤਰਕਾਰ 1300 ਦੇ ਕਰੀਬ ਪੱਤਰਕਾਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਪਣੀ ਡਿਊਟੀਆਂ ਨੂੰ ਨਿਭਾਉਂਦੇ ਹੋਏ ਸ਼ਹੀਦ ਹੋ ਜਾਂਦੇ ਨੇ ਅਤੇ ਉਹਨਾਂ ਦੇ ਪਰਿਵਾਰਾਂ ਵਾਲੇ ਰੁੱਲ ਜਾਂਦੇ ਨੇ। ਉਹ ਮੇਨ ਕਾਰਨ ਇਸ ਦਾ ਇਹੀ ਹੈ ਕਿ ਅਸੀਂ ਆਪਣੇ ਭਾਈਚਾਰੇ ਦੇ ਨਾਲ ਤਨੋਂ ਮਨੋਂ ਨਹੀਂ ਖਲੋਂਦੇ। ਤੁਸੀਂ ਇੱਕ ਪੁਲਿਸ ਮੁਲਾਜ਼ਮ ਦੀ ਇੱਕ ਐਗਜ਼ਾਮਪਲ ਲੈ ਲਓ। ਅਗਰ ਪੁਲਿਸ ਮੁਲਾਜ਼ਮ ਦੇ ਬਾਰੇ ਆਪਾਂ ਕਿਸੇ ਕੋਲੇ ਕੁਝ ਗਲਤ ਬੋਲਦੇ ਹਾਂ ਤਾਂ ਉਹ ਪੁਲਿਸ ਮੁਲਾਜ਼ਮ ਆਪਣੇ ਭਾਈਚਾਰੇ ਦੇ ਖਿਲਾਫ ਕਦੇ ਨਹੀਂ ਜਾਂਦਾ। ਤੁਸੀਂ ਡਾਕਟਰ ਦੀ ਦੇਖ ਲਓ, ਡਾਕਟਰ ਆਪਣੇ ਭਾਈਚਾਰੇ ਦੇ ਕਦੇ ਖਿਲਾਫ ਨਹੀਂ ਜਾਂਦਾ। ਤੁਸੀਂ ਕਿਸੇ ਵੀ ਫੀਲਡ 'ਚ ਚਲੇ ਜਾਓ, ਕਿਸੇ ਵੀ ਐਸੋਸੀਏਸ਼ਨ, ਤਾਂ ਉਹ ਆਪਣੇ ਭਾਈਚਾਰੇ ਦੇ ਖਿਲਾਫ ਕਦੇ ਨਹੀਂ ਜਾਂਦਾ। ਲੇਕਿਨ ਸਾਡੇ ਜਰਨਲਿਸਟਾਂ ਦੇ ਵਿੱਚ ਪਤਾ ਨਹੀਂ ਕੀ ਪ੍ਰੋਬਲਮ ਹੈ, ਅਸੀਂ ਲੱਤਾਂ ਖਿੱਚਣ ਦੇ ਵਿੱਚ ਬੜੇ ਮਾਹਰ ਹਾਂ, ਅਸੀਂ ਆਪਣੇ ਭਾਈਚਾਰੇ ਦੇ ਖਿਲਾਫ ਜਾਂਦੇ ਹਾਂ। ਇਸ ਮੀਟਿੰਗ ਦੇ ਵਿੱਚ ਇਹੀ ਬੇਨਤੀ ਕਰਨ ਆਇਆ ਸੀ ਮੈਂ ਕਿ ਤੁਸੀਂ ਜੇ ਕੁਝ ਲੱਗਦਾ ਹੈ ਆਪਣੇ ਭਾਈਚਾਰੇ ਨਾਲ ਤਾਂ ਅੰਦਰ ਬੈਠ ਕੇ ਆਪਣਾ ਮਸਲਾ ਸੁਲਝਾ ਲਓ। ਉਹਨੂੰ ਅਖਬਾਰਾਂ ਦੇ ਵਿੱਚ ਹਾਈਲਾਈਟ ਨਾ ਕਰੋ, ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਹਾਈਲਾਈਟ ਨਾ ਕਰੋ। ਆਪਣੇ ਭਾਈਚਾਰੇ ਦੇ ਨਾਲ ਖਲੋਵੋ ਤਾਂ ਜੋ ਪੁਲਿਸ ਅਤੇ ਪ੍ਰਸ਼ਾਸਨ ਨੂੰ ਔਰ ਐਡਮਿਨਿਸਟ੍ਰੇਸ਼ਨ ਨੂੰ ਤੇ ਪੋਲੀਟੀਸ਼ੀਅਨਾਂ ਨੂੰ ਪਤਾ ਲੱਗੇ ਕਿ ਜਰਨਲਿਸਟ ਇੱਕ ਨੇ, ਇਹ ਮੁੱਕਾ ਵੀ ਬਣ ਸਕਦੇ ਨੇ। ਇਹ ਪੰਜੇ ਉਂਗਲਾਂ ਜਿਹੜੀਆਂ ਵੱਖਰੀਆਂ ਨਹੀਂ ਹੈਗੀਆਂ, ਇਹ ਇਕੱਠੀਆਂ ਨੇ, ਤੇ ਜਦੋਂ ਇਕੱਠੀਆਂ ਹੋ ਗਈਆਂ ਇਹ ਮੁੱਕਾ ਬਣ ਜਾਣਗੀਆਂ। ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦਾ ਜਿਹੜਾ ਮੇਨ ਮੋਟਿਵ ਉਹ ਇਹੀ ਹੈ। ਆਲ ਓਵਰ ਇੰਡੀਆ ਦੇ ਵਿੱਚ ਸਾਡੇ ਡੈਲੀਗੇਟ ਨੇ, ਆਲ ਓਵਰ ਇੰਡੀਆ ਦੇ ਵਿੱਚ ਸਾਡੇ ਮੈਂਬਰ ਨੇ, ਕਈ ਹੋਰ ਐਸੋਸੀਏਸ਼ਨਾਂ ਦੇ ਨਾਲ ਸਾਡੀ ਕੋਲੈਬੋਰੇਸ਼ਨ ਹੈ। ਅਸੀਂ ਸਾਰੇ ਰਲ ਕੇ ਇਕੱਠਾ ਹੋ ਕੇ ਕੰਮ ਕਰ ਰਹੇ ਹਾਂ ਔਰ ਸਾਡੀ ਕੋਸ਼ਿਸ਼ ਹੋਰ ਵੀ ਹੈਗੀ ਹੈ ਕਿ ਹੋਰ ਵੀ ਯੂਨੀਅਨਾਂ ਆਪਣੀ ਹੋਂਦ ਨੂੰ ਬਰਕਰਾਰ ਰੱਖਦੇ ਹੋਏ ਸਾਡੇ ਨਾਲ ਆਉਣਾ ਚਾਹੁੰਦੇ ਆ ਤਾਂ ਤਹਿ ਦਿਲੋਂ ਉਹਨਾਂ ਸਾਰਿਆਂ ਦਾ ਸਵਾਗਤ ਹੈ। ਠੀਕ, ਇਸੇ ਤਰ੍ਹਾਂ ਨਾਲ ਸਾਡੇ ਹੋਰ ਵੀ ਮੈਂਬਰ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜਾਂ ਮੀਟਿੰਗ ਦਾ ਕੀ ਵਿਸ਼ਾ ਰੱਖਿਆ ਗਿਆ। ਸਤਨਾਮ ਜੀ, ਕੀ ਜਿਹੜਾ ਮੀਟਿੰਗ ਦਾ ਜਿਹੜਾ ਵਿਸ਼ਾ ਰੱਖਿਆ ਗਿਆ, ਕੀ ਤੁਸੀਂ ਸੋਚਦੇ ਹੋ ਪੱਤਰਕਾਰਾਂ? ਅੱਜ ਦਾ ਜੋ ਮੇਨ ਮੀਟਿੰਗ ਦਾ ਮੁੱਦਾ ਸੀ, ਸਾਡੇ ਰਾਸ਼ਟਰੀ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਪਹਿਲੀ ਵਾਰ ਯੂਨੀਅਨ ਦੀ ਮੀਟਿੰਗ ਵਿੱਚ ਇੱਥੇ ਆਏ ਨੇ। ਉਹਨਾਂ ਦਾ ਸਤਿਕਾਰ ਕਰਨ ਲਈ ਮੀਟਿੰਗ ਰੱਖੀ ਗਈ ਸੀ, ਸਵਾਗਤ ਵਾਸਤੇ ਰੱਖੀ ਗਈ ਸੀ। ਉਹਨਾਂ ਦੇ ਨਾਲ ਉਹਨਾਂ ਦੇ ਪਿਆਰੇ ਦੋਸਤ ਸੁਰਿੰਦਰ ਕੰਬੋਜ ਜੀ ਜੋ ਕਿ ਸਾਬਕਾ MLA ਨੇ, ਉਹਨਾਂ ਦਾ ਵੀ ਸਵਾਗਤ ਕੀਤਾ ਗਿਆ ਹੈ। ਇਸ ਵਿੱਚ ਮੇਨ ਮੁੱਦਾ ਹੁਣੇ ਚੇਅਰਮੈਨ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਕਿ ਪੱਤਰਕਾਰ ਚੋਣ ਲੜ ਕੇ ਵਿਧਾਨ ਸਭਾ, ਰਾਜ ਸਭਾ ਅਤੇ ਲੋਕ ਸਭਾ ਵਿੱਚ ਜਾਣ। ਜਿੱਥੇ ਜਿੱਥੇ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਉੱਥੇ ਉਹ ਆਪਣੀ ਗੱਲ ਤੇ ਧਰ ਸਕਦੇ ਹਨ। ਕਿਸੇ ਦੇ ਰਾਹੀਂ ਗੱਲ ਧਰਾਉਣ ਲਈ ਕੋਈ ਨਹੀਂ ਕਰਦਾ। ਸਾਨੂੰ ਆਪ ਹੀ ਚੋਣਾਂ ਲੜ ਕੇ ਵਿਧਾਨ ਸਭਾ, ਲੋਕ ਸਭਾ ਵਿੱਚ ਜਾਣਾ ਪਏਗਾ। ਇੱਥੋਂ ਤੱਕ ਕਿ ਆਪਣੀ ਮੰਗ ਅਸੀਂ ਹਰ ਇੱਕ ਰੱਖ ਸਕਦੇ ਹਾਂ। ਦੂਸਰੀ ਗੱਲ ਹੈ, ਸਾਡੀ ਐਸੋਸੀਏਸ਼ਨ ਵੱਲੋਂ ਆਲ ਇੰਡੀਆ ਦੀਆਂ ਸਾਰੀਆਂ ਹੀ ਪੱਤਰਕਾਰ ਯੂਨੀਅਨਾਂ ਨੂੰ ਸੱਦਾ ਹੈ ਕਿ ਆਪਣੇ ਹੋਂਦ ਨੂੰ ਬਰਕਰਾਰ ਰੱਖਦੇ ਹੋਏ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਕਿਸੇ ਵੀ ਪੱਤਰਕਾਰ ਦੇ ਕਿਸੇ ਵੀ ਮਸਲੇ ਨਾਲ ਸਾਡੇ ਨਾਲ ਖਲੋ ਸਕਦੇ ਹਨ। ਜੇ ਇੰਡੀਆ ਦੇ ਵਿੱਚ ਕਿਤੇ ਵੀ ਕੋਈ ਪੱਤਰਕਾਰ ਚੋਣ ਲੜੇਗਾ, ਆਲ ਇੰਡੀਆ ਦੇ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਉਹਦਾ ਪਾਰਟੀ ਬਾਜੀ ਤੋਂ ਉੱਠ ਕੇ ਸਾਥ ਦੇਵੇਗੀ ਅਤੇ ਇਸ ਤਰ੍ਹਾਂ ਸਾਡੀ ਯੂਨੀਅਨ ਹਰ ਥਾਂ 'ਤੇ ਖਲੋਵੇਗੀ। ਅਤੇ ਦੁਬਾਰਾ ਅਸੀਂ ਚੇਅਰਮੈਨ ਸਾਹਿਬ ਦਾ ਸਵਾਗਤ ਕਰਦੇ ਹਾਂ ਗੁਰਨਗਰੀ ਦੇ ਵਿੱਚ। ਇੰਨਾ ਹੀ ਬੋਲਦੇ ਹਾਂ, ਧੰਨਵਾਦ। ਸਤਨਾਮ ਜੀ, ਇੱਕ ਹੋਰ ਸਵਾਲ ਤੁਹਾਡੇ ਨਾਲ ਕਰਨਾ ਹੈ ਕਿ ਪੱਤਰਕਾਰ ਦੇਖੋ ਬੜਾ ਜ਼ਿੰਮੇਵਾਰ ਪੇਸ਼ਾ ਹੈਗਾ। ਹਰ ਕਿਸੇ ਮੈਂਬਰ ਦੀ ਪੂਰੀ ਤਨਦੇਹੀ ਨਾਲ ਮੈਸੇਜ ਕਰਦਾ, ਉਹਦੀ ਖਬਰ ਰਿਕਾਰਡ ਕਰਦੇ, ਕਿੰਨੇ ਘੰਟੇ ਉੱਥੇ ਖਲੋਤੇ ਰਹਿੰਦੇ ਭੁੱਖੇ ਪਿਆਸੇ, ਫਿਰ ਵੀ ਉਹਨਾਂ ਨੂੰ ਵਧੀਕੀਆਂ ਉਹਨਾਂ ਨਾਲ ਕਿਉਂ ਹੁੰਦੀਆਂ? ਵਧੀਕੀਆਂ ਤਾਂ ਸ਼ੁਰੂ ਤੋਂ ਹੁੰਦੀਆਂ ਆਈਆਂ ਨੇ। ਕਈ ਜਿਹੜੀਆਂ ਪਾਰਟੀਆਂ ਨੇ ਜਾਂ ਯੂਨੀਅਨਾਂ ਨੇ, ਜਿਵੇਂ ਵਰਕਰ ਯੂਨੀਅਨ ਲਾ ਲਓ ਜਾਂ ਕੋਈ ਸਿਆਸੀ ਪਾਰਟੀਆਂ ਲਾ ਲਓ ਜਾਂ ਕਿਸੇ ਵੀ ਤਰ੍ਹਾਂ ਦੀਆਂ ਜਥੇਬੰਦੀਆਂ, ਉਹ ਆਪਣੀ ਆਪਣੀ ਸੋਚ ਰੱਖਦੀਆਂ ਨੇ। ਕਿਉਂਕਿ ਪੱਤਰਕਾਰ ਆਪਣੇ ਸਵਾਲ ਰੱਖਦੇ ਨੇ, ਉਹ ਜੇ ਜਵਾਬ ਨਹੀਂ ਦੇਣਾ ਚਾਹੁੰਦੇ ਉਹ ਧੱਕਾ ਕਰ ਜਾਂਦੇ ਨੇ। ਧੱਕਾ ਇਸ ਕਰਕੇ ਕਰਦੇ ਨੇ ਕਿ ਸਾਡਾ ਏਕਾ ਘਟਿਆ। ਇਸੇ ਕਰਕੇ ਅਸੀਂ ਸਾਰੀਆਂ ਹੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਜਿੱਥੇ ਵੀ ਧੱਕਾ ਹੁੰਦਾ ਸਾਨੂੰ ਤੁਸੀਂ ਕਹੋ। ਸਾਡੀ ਜਥੇਬੰਦੀ ਆਲ ਇੰਡੀਆ ਦੇ ਵਿੱਚ ਹਰ ਜਥੇਬੰਦੀ ਦੇ ਨਾਲ ਮੋਢਾ ਤੇ ਮੋਢਾ ਜੋੜ ਕੇ ਖੜਾ ਹੋਏਗੀ। ਕਿਉਂਕਿ ਕੋਈ ਵੀ ਪੱਤਰਕਾਰ, ਭਾਵੇਂ ਉਹ ਕਿਸੇ ਵੀ ਤਰੀਕੇ ਦਾ ਪੱਤਰਕਾਰ ਹੈ, ਸੋਸ਼ਲ ਮੀਡੀਆ 'ਤੇ ਆਪਣੇ ਉਹ ਪੱਤਰਕਾਰੀ ਕਰ ਰਿਹਾ ਹੈ, ਅਖਬਾਰ 'ਚ ਕਰ ਰਿਹਾ ਹੈ, ਸੈਟੇਲਾਈਟ ਚੈਨਲ 'ਚ ਕਰ ਰਿਹਾ ਹੈ, YouTube ਚੈਨਲ 'ਚ ਕਰ ਰਿਹਾ ਹੈ, ਜੋ ਸੱਚੀ ਪੱਤਰਕਾਰੀ ਕਰ ਰਿਹਾ ਹੈ ਉਹਦੇ ਨਾਲ ਸਾਡੀ ਐਸੋਸੀਏਸ਼ਨ ਹਮੇਸ਼ਾ ਨਾਲ ਖੜੀ ਰਹੇਗੀ। ਜਦੋਂ ਤੱਕ ਅਸੀਂ ਸਾਰੇ ਇੱਕ ਨਹੀਂ ਹੋਵਾਂਗੇ ਸਾਡੇ ਨਾਲ ਧੱਕਾ ਹੁੰਦਾ ਰਹੇਗਾ। ਇਸ ਕਰਕੇ ਅਸੀਂ ਸਾਰਿਆਂ ਨੂੰ ਦੁਬਾਰਾ ਬੇਨਤੀ ਕਰਦੇ ਹਾਂ ਕਿ ਸਾਰੇ ਸਾਡੇ ਨਾਲ ਖੜਨ। ਅਸੀਂ ਸਾਰਿਆਂ ਦੇ ਨਾਲ ਖੜੇ ਹਾਂ।
ਇਹ ਸੀ ਸਾਡੇ ਨਾਲ ਕਮੇਟੀ ਦੇ ਪੱਤਰਕਾਰ ਕਮੇਟੀ ਦੇ ਐਸੋਸੀਏਸ਼ਨ ਦੇ ਮੈਂਬਰ, ਇੱਥੇ ਹੋਰ ਵੀ ਮੈਂਬਰ ਨੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਤੋਂ। ਉਹਨਾਂ ਨਾਲ ਵੀ ਇਸ ਬਾਰੇ ਗੱਲਬਾਤ ਕਰਾਂਗੇ, ਉਹ ਇਸ ਬਾਰੇ ਕੀ ਸੋਚਦੇ ਆ ਤੇ ਜਾਂ ਕੀ ਕਹਿਣਾ ਚਾਹੁੰਦੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਅੱਜ ਦੀ ਅੰਮ੍ਰਿਤਸਰ ਫੇਰੀ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਵੱਲੋਂ ਕੀਤੀ ਗਈ ਹੈ। ਉਹਨਾਂ ਦਾ ਹੀ ਨਿੱਘਾ ਸਵਾਗਤ ਕੀਤਾ ਹੈ ਸਮੂਹ ਪੱਤਰਕਾਰ ਭਾਈਚਾਰੇ ਨੇ, ਜਿੱਥੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਪੂਰੇ ਦੇਸ਼ ਭਰ ਦੇ ਵਿੱਚ ਆਪਣਾ ਪੈਰ ਪਸਾਰਾ ਕਰ ਚੁੱਕੀ ਹੈ। ਉੱਥੇ ਹਰ ਪੱਤਰਕਾਰ ਵੀਰ ਦੀ ਮਦਦ ਜਿਹੜੀ ਹੈ ਬਿਨਾਂ ਕਿਸੇ ਭੇਦਭਾਵ ਦੇ ਸਾਡੇ ਜਥੇਬੰਦੀ ਦੇ ਸਮੂਹ ਮੈਂਬਰਾਂ ਜਿਹੜੇ ਕਰ ਰਹੇ ਨੇ। ਆਸ ਕਰਦੇ ਹਾਂ ਕਿ ਉਹ ਇਹਨਾਂ ਹੀ ਤਾਕਤਾਂ ਦੇ ਪਿੱਛੇ ਚੱਲ ਕੇ ਆਪਣਾ ਜਿਹੜਾ ਫਰਜ਼ ਆ ਉਹ ਪੱਤਰਕਾਰਤਾ ਦਾ ਨਿਭਾਉਂਦੇ ਰਹਿਣਗੇ ਤੇ ਹਮੇਸ਼ਾ ਜਨਹਿਤ ਲਈ ਜਿਹੜਾ ਵਾ ਉਹ ਜਸਟਿਸ ਵਾਸਤੇ ਜਿਹੜਾ ਸੇਵਾਵਾਂ ਨਿਭਾਉਂਦੇ ਰਹਿਣਗੇ। ਧੰਨਵਾਦ ਜੀ। ਵੀਰ ਜੀ, ਇੱਕ ਹੋਰ ਸਵਾਲ ਤੁਹਾਡੇ ਨਾਲ ਕਰਨਾ ਹੈ ਕਿ ਪੱਤਰਕਾਰ ਕਾਫੀ ਜਿਹੜਾ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੇ ਆ, ਭੁੱਖੇ ਪਿਆਸੇ ਡਟੇ ਰਹਿੰਦੇ ਆ, ਰਾਜਨੀਤਿਕ ਖਬਰਾਂ ਵੀ ਕਰਦੇ ਆ, ਪੁਲਿਸ ਦੀਆਂ ਵੀ ਕਰਦੇ ਆ, ਹੋਰ ਤਰ੍ਹਾਂ ਦੀਆਂ ਖਬਰਾਂ ਵੀ ਕਰਦੇ ਆ, ਫਿਰ ਵੀ ਉਹਨਾਂ ਨੂੰ ਵਧੀਕੀਆਂ ਦਾ ਸਾਹਮਣਾ ਕਰਨਾ ਪੈਂਦਾ। ਦੇਖੋ ਜੀ, ਜਿੱਥੇ ਪੱਤਰਕਾਰ ਵੀਰਾਂ ਦਾ ਸ਼ੋਸ਼ਣ ਅਖਬਾਰਾਂ ਜਾਂ ਚੈਨਲ ਕਰ ਰਹੇ ਨੇ, ਕਿਉਂਕਿ ਅੱਜ ਤੱਕ ਸਾਡਾ ਜਿਹੜਾ ਵਾ ਮੀਡੀਆ ਦਾ ਕਮਿਸ਼ਨ ਹੀ ਨਹੀਂ ਬਣਿਆ, ਸਾਡਾ ਕੋਈ ਮਾਈ ਬਾਪ ਹੀ ਨਹੀਂ ਬਣਿਆ ਜਿਹੜਾ ਸਾਡੀ ਫਰਿਆਦ ਨੂੰ ਸੁਣ ਸਕੇ। ਹਮੇਸ਼ਾ ਅਸੀਂ ਇੱਕ ਆਲੂ ਵਾਂਗੂ ਵਰਤੇ ਜਾ ਰਹੇ ਆ। ਸਬਜ਼ੀ 'ਚ ਜਿੱਦਾਂ ਆਲੂ ਪਾ ਲਈਏ, ਸਾਰੀਆਂ ਸਬਜ਼ੀਆਂ ਦਾ ਇੱਕ ਸਿੰਘ 'ਚ ਕਿੰਗ ਇਜ਼ ਦਾ ਪੋਟੈਟੋ, ਉਹ ਰਾਜਾ ਆ। ਸਾਨੂੰ ਵੀ ਹਰੇਕ ਬੰਦਾ ਜਿਹੜਾ ਵਾ ਇਨਸਾਫ ਲੈਣ ਲਈ ਜਿਹੜਾ ਵਾ ਉਹ ਵਰਤ ਲੈਂਦਾ ਆ। ਵਰਤਣ ਤੋਂ ਬਾਅਦ ਜਿਹੜਾ ਵਾ ਸਾਡੇ ਨਾਲ ਉਹ ਕਿਤੇ ਨਾ ਕਿਤੇ ਆਪਣੀ ਰੰਜਿਸ਼ ਰੱਖਦਾ ਅਤੇ ਉਹ ਕਿਤੇ ਨਾ ਕਿਤੇ ਮੌਕਾ ਦੇਖ ਕੇ ਜਿਹੜਾ ਕੋਈ ਨਾ ਕੋਈ ਵਧੀਕੀ ਕਰ ਜਾਂਦਾ ਵਾ। ਪਰ ਇਸ ਦੀ ਅਸੀਂ ਭਰਪੂਰ ਨਿੰਦਾ ਕਰਦੇ ਹਾਂ ਔਰ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਜਿਹੜਾ ਮੀਡੀਆ ਦਾ ਕਮਿਸ਼ਨ ਜਿਹੜਾ ਨਾ ਉਹ ਬਣਾਇਆ ਜਾਵੇ ਤਾਂ ਕਿ ਸਾਨੂੰ ਕੋਈ ਨਿਜਾਤ ਮਿਲ ਸਕੇ। ਇਸੇ ਨਾਲ ਸਾਡੇ ਹੋਰ ਵੀ ਮੈਂਬਰ ਆ ਪੱਤਰਕਾਰ ਖਿੱਤੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਜਾਂ ਕੀ ਉਹ ਸਾਰਾ ਵੇਖਦੇ ਨੇ, ਕਿੱਦਾਂ ਸੋਚਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹੋਰ ਮੈਂਬਰ ਵੀ ਹੈ ਸਾਡੇ ਨਾਲ। ਹਾਂਜੀ ਭਾਜੀ, ਆਪਣਾ ਨਾਮ ਦੱਸੋ। ਮਾਈਕ ਛੱਡ ਦਿਓ। ਮੈਂ ਜਸਬੀਰ ਸਿੰਘ, ਪੱਤਰਕਾਰ, ਇੰਡੀਅਨ ਜਰਨਲਿਸਟ ਆਫ ਇੰਡੀਆ ਪ੍ਰੈਸ ਕਲੱਬ ਇਕਾਈ ਜੰਡਿਆਲਾ ਗੁਰੂ ਤੋਂ ਪ੍ਰਧਾਨ। ਅੱਜ ਸਾਡੇ ਵਿੱਚ ਇੰਡੀਅਨ ਜਰਨਲਿਸਟ ਆਫ ਇੰਡੀਆ ਪ੍ਰੈਸ ਕਲੱਬ ਦੇ ਡਾਕਟਰ ਰਾਕੇਸ਼ ਪੁੰਜ ਜੀ ਸਾਡੇ ਵਿੱਚ ਆਏ ਆ। ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਇਹਨਾਂ ਦੀਆਂ ਜੋ ਵੀ ਇਹਨਾਂ ਦੇ ਦਿਲੋਂ ਜਜ਼ਬਾਤ ਆ ਉਹ ਸਾਨੂੰ ਕਿਉਂ ਚੰਗੇ ਲੱਗਦੇ ਆ, ਕਿਉਂਕਿ ਇਹਨਾਂ ਨੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਵਿੱਚ ਰਹਿ ਕੇ ਵੀ ਇੱਕ ਸਾਰੇ ਪੱਤਰਕਾਰ ਭਾਈਚਾਰੇ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਪੱਤਰਕਾਰ ਚਾਹੇ ਕਿਸੇ ਵੀ ਯੂਨੀਅਨ ਦੇ ਨਾਲ ਜੁੜਿਆ ਹੋਵੇ, ਕਿਸੇ ਵੀ ਅਦਾਰੇ ਦੇ ਨਾਲ ਜੁੜਿਆ ਹੋਵੇ, ਉਹਦੇ ਨਾਲ ਕੋਈ ਵੀ ਭੇਦਭਾਵ ਜਿਹੜਾ ਵਾ ਨਹੀਂ ਰੱਖਿਆ ਜਾਊਗਾ। ਅਤੇ ਕੋਈ ਵੀ ਪੱਤਰਕਾਰ ਆਪਣੀ ਆਈਡੀ ਵਿਖਾ ਕੇ ਜਾਂ ਸਾਡੇ ਕੋਲ ਫਰਿਆਦ ਲੈ ਕੇ ਆਉਂਦਾ ਕਿ ਮੈਨੂੰ ਆਹ ਮੁਸ਼ਕਲ ਜਿਹੜੀ ਆ ਇਸ ਜਗ੍ਹਾ 'ਤੇ ਆ ਰਹੀ ਆ, ਅਤੇ ਉਸ ਮੁਸ਼ਕਲ ਦਾ ਹੱਲ ਜਿਹੜਾ ਵਾ ਉਹ ਇਹ ਨਹੀਂ ਪੁੱਛਿਆ ਜਾਵੇਗਾ ਕਿ ਉਹ ਪੱਤਰਕਾਰ ਕਿਹੜੇ ਅਦਾਰੇ ਦੇ ਨਾਲ ਜੁੜਿਆ ਵਾ ਜਾਂ ਕਿਹੜੇ ਐਸੋਸੀਏਸ਼ਨ ਦੇ ਨਾਲ ਸੰਬੰਧ ਰੱਖਦਾ ਵਾ। ਉਹਦਾ ਜਿਹੜਾ ਵੀ ਕੋਈ ਮਸਲਾ ਹੋਊਗਾ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਵਾ ਉਹ ਹੱਲ ਕੀਤਾ ਜਾਊਗਾ, ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਪ੍ਰੈਸ ਕਲੱਬ ਦਾ ਵਿਤਕਰਾ ਰੱਖੇ ਦੇ। ਸਾਨੂੰ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਜੀ ਆਇਆਂ ਕਰਦੇ ਹਾਂ। ਅਤੇ ਅੱਜ ਸਾਨੂੰ ਖੁਸ਼ੀ ਵੀ ਹੋਈ ਆ ਵੀ ਸਾਡੀ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਜਿਹੜੇ ਆ ਇਹ ਸਾਡੇ ਕੋਲ ਪਹੁੰਚੇ ਆ ਅਤੇ ਸਾਨੂੰ ਇਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਵਾ। ਸਾਡੀ ਹੋਰ ਵੀ ਜਿਹੜੀ ਵੀ ਸਾਰੀ ਵੀ ਟੀਮ ਆ ਇਹਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਂਦੀ ਆ ਅਤੇ ਸਾਨੂੰ ਭਾਵੇਂ 12 ਵਜੇ ਜਾਂ 1 ਵਜੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਅਤੇ ਸਾਡਾ ਜਿਹੜਾ ਪੱਤਰਕਾਰ ਭਾਈਚਾਰੇ ਦਾ ਮਸਲਾ ਜਿਹੜਾ ਉਹ ਪਹਿਲਦਾਰ 'ਤੇ ਹੱਲ ਕੀਤਾ ਜਾਂਦਾ ਵਾ। ਧੰਨਵਾਦ ਜੀ। ਜਿਹੜੇ ਮੈਂਬਰ ਸੇਵਾ ਕਰਦੇ ਆ, ਆਪਣੀ ਜ਼ਿੰਮੇਵਾਰੀ ਨਾਲ ਅਹੁਦਾ ਨਿਭਾਉਂਦੇ ਆ, ਜਿਵੇਂ ਉਹਨਾਂ ਕਿਹਾ ਚੇਅਰਮੈਨ ਸਾਹਿਬ ਹੁਣਾਂ ਨਾਲ ਵੀ ਲੱਤਾਂ ਖਿੱਚਣ ਵਾਲੇ ਜਾਂ ਕੁਛ ਮੈਂਬਰ ਕੋਈ ਚੰਗਾ ਕੰਮ ਕਰਦੇ ਆ ਅਤੇ ਉਹਨਾਂ ਨਾਲ ਉਹ ਕਿਸੇ ਤਰ੍ਹਾਂ ਦੀ ਵੀ ਵਧੀਕੀ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹ ਇਹ ਨਾ ਕਰ ਪਾਵੇ, ਅਤੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿਓ? ਮੈਂ ਤਾਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਜਿਹੜਾ ਪੱਤਰਕਾਰ ਭਾਈਚਾਰਾ ਵਾ, ਪੱਤਰਕਾਰ ਇੱਕ ਸਟਾਫ ਹੁੰਦਾ ਵਾ। ਸਾਨੂੰ ਇਹ ਬਿਲਕੁਲ ਹੀ ਵਿਤਕਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਜਿਹੜੇ ਵੀ ਅਸੀਂ ਸਿਆਸੀ ਪਾਰਟੀ ਦੇ ਨੁਮਾਇੰਦੇ ਹੁੰਦੇ ਆ, ਅਹੁਦੇਦਾਰ ਹੁੰਦੇ ਆ, ਉਹਦੇ ਨਾਲ ਸਿਰਫ ਅਗਲੇ ਦਾ ਮਨੋਬਲ ਨਹੀਂ ਇਕੱਲਾ ਥੱਲੇ ਡਿੱਗਦਾ, ਨਾਲ
ਕਹਿਣ ਵਾਲੇ ਦਾ, ਲੱਤਾਂ ਖਿੱਚਣ ਵਾਲੇ ਦਾ ਵੀ ਮਨੋਬਲ ਜਿਹੜਾ ਵਾ ਉਹ ਨਾਲ ਹੀ ਹੇਠਾਂ ਡਿੱਗ ਪੈਂਦਾ ਵਾ ਕਿ ਇਹਨਾਂ ਦਾ ਵਿੱਚ ਏਕਾ ਨਹੀਂ ਹੈਗਾ। ਤੇ ਉਹ ਜਿਹੜਾ ਜਿਸ ਪਾਰਟੀ ਦੇ ਨੁਮਾਇੰਦੇ ਦੇ ਕੋਲ ਕਿ ਜਦੋਂ ਇਹ ਕਿਤੇ ਲੱਤਾਂ ਖਿੱਚਣ ਦੀ ਗੱਲ ਕਰਦਾ ਕੋਈ ਵੀ ਪੱਤਰਕਾਰ, ਉਹ ਦੂਸਰੇ ਦੀਆਂ ਲੱਤਾਂ ਨਹੀਂ ਖਿੱਚ ਸਕਦਾ, ਬਲਕਿ ਉਹ ਜਿਹੜਾ ਵੀ ਨੁਮਾਇੰਦਾ ਵਾ ਉਹਦੀਆਂ ਵੀ ਲੱਤਾਂ ਖਿੱਚ ਸਕਦਾ, ਕਿਉਂਕਿ ਉਹਨੂੰ ਪਤਾ ਵੀ ਇਹਦੇ ਵਿੱਚ ਏਕਾ ਨਹੀਂ ਹੈਗਾ। ਪਰ ਸ਼ਾਇਦ ਇਹਨਾਂ ਗੱਲਾਂ ਦਾ ਇਹਨਾਂ ਨੂੰ ਹੌਲੀ ਹੌਲੀ ਜਦੋਂ ਠੋਕਰ ਵੱਜੂਗੀ, ਜਿਹੜੇ ਲੱਤਾਂ ਖਿੱਚਣ ਵਾਲੇ ਆ ਇਹਨਾਂ ਨੂੰ ਆਪੇ ਹੀ ਪਤਾ ਲੱਗ ਜੂਗਾ ਕਿ ਪੱਤਰਕਾਰ ਭਾਈਚਾਰੇ ਦੇ ਵਿੱਚ ਜਿਹੜੀ ਏਕਤਾ ਉਹ ਬਰਕਰਾਰ ਹੋਣੀ ਚਾਹੀਦੀ ਆ। ਤੇ ਜਿਹੜੀਆਂ ਇੱਕ ਦੂਜੇ ਦੀਆਂ ਲੱਤਾਂ ਸਾਨੂੰ ਖਿੱਚਣੀਆਂ ਵਾ, ਇਹ ਲੱਤਾਂ ਜਿਹੜੀਆਂ ਸਾਡੇ ਵੱਲ ਹੀ ਆਉਣੀਆਂ ਵਾ। ਹਾਂਜੀ, ਇਹ ਸੀ ਸਾਡੇ ਨਾਲ ਪੱਤਰਕਾਰ ਅੰਮ੍ਰਿਤਸਰ ਆਲ ਇੰਡੀਆ ਕੌਂਸਲ ਐਸੋਸੀਏਸ਼ਨ ਤੋਂ, ਤੇ ਜਿਨ੍ਹਾਂ ਅੱਜ ਇੱਥੇ ਮੀਟਿੰਗ ਕੀਤੀ ਆ। ਇਹਨਾਂ ਦਾ ਜਿਹੜਾ ਗੱਲਾਂ ਦਾ ਮੁੱਢਲਾ ਵਿਚਾਰ ਹੈ ਕਿ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਨਾ ਕਿ ਕਿਸੇ ਦੂਜੇ ਨੂੰ ਮਾੜਾ ਚੰਗਾ ਕਹਿਣਾ। ਇਸੇ ਤਰ੍ਹਾਂ ਹੀ ਹੋਰ ਤਰ੍ਹਾਂ ਦੀਆਂ ਖਬਰਾਂ ਵੀ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਨਿਊਜ਼ ਹੈਡਲਾਈਨ ਟੂਡੇ।